मोदी कहते हैं कि मंत्री साहब जाके दौरा ही नहीं कर सकते। कहते जे दौरा करने वास्ते निकलणगे या कांग्रेस का कोई भी लीडर निकलूगा, कहते विरोध का सामना करना पਊਗਾ। कहते लोग तो इन्ने दुखी होए पे। सिर्फ पॉलिटिक्स हो रही है। मैं ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ ਅਗਲੇ 2-4-5 ਦਿਨਾਂ 'ਚ ਸਾਰਾ ਪ੍ਰੋਕਿਉਰਮੈਂਟ ਦਾ ਕੰਮ ਹੀ ਪੂਰਾ ਕਰ ਜਾਣਾ। क्या बात ਉਹਨਾਂ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਸਾਡਾ ਕੰਮ ਹੋਏਗਾ। मंत्री साहब मतलब फिर ये मन के चलिए भावें मौसम की मार है भावें जो मर्जी है किसानों का कला कला दाना जिहड़ा हैगा चुक्या जाऊगा। ਬਿਲਕੁਲ ਚੱਕਿਆ ਜਾਏਗਾ ਔਰ ਉਹਨਾਂ ਦੀ ਪੂਰੀ ਕੀਮਤ ਉਹਨੂੰ ਅਦਾ ਕੀਤੀ ਜਾਏਗੀ। कीमत अदा की तुसीं गल कीती है, की लगता है कि इस बार किसान हालांकि खातिਆਂ ਦੇ ਵਿੱਚ ਪੈਸੇ ਵੀ ਆ ਰਹੇ ਨੇ ਪਰ ਨਾਖੁਸ਼ ਜਿਹੇ ਨਜ਼ਰ ਆਉਂਦੇ ਨੇ। ਸਰ ਜਦੋਂ ਇੱਕ ਭਾਈ ਨਾਲੋਂ ਦੂਸਰੇ ਭਾਈ ਨੂੰ ਅਲੱਗ ਕੀਤਾ ਜਾਵੇ, ਜਿਵੇਂ ਆਪਾਂ ਕਹਿੰਦੇ ਆ 9 ਮਾਸ ਦਾ ਰਿਸ਼ਤਾ ਹੈ ਉਹਨਾਂ ਦਾ, ਆੜ੍ਹਤੀਆਂ ਤੇ ਕਿਸਾਨਾਂ ਦਾ, ਥੋੜਾ ਜਿਹਾ ਮਨਾਂ 'ਚ ਤਾਂ ਆਉਂਦਾ ਆ। ਪੇਮੈਂਟ ਤਾਂ ਉਹਨਾਂ ਨੂੰ ਪਹਿਲਾਂ ਵੀ ਪੂਰੀ ਮਿਲਦੀ ਸੀ। ਅੱਜ ਤਾਂ ਹੀ ਇੱਕ ਕੇਸ ਰਿਪੋਰਟ ਨਹੀਂ ਹੋਇਆ ਸੈਂਟਰ ਗਵਰਨਮੈਂਟ ਨੂੰ ਵੀ ਇੱਥੇ ਆੜ੍ਹਤੀਆਂ ਨੇ ਕਿਸੇ ਕਿਸਾਨ ਦੀ ਪੇਮੈਂਟ ਖਾਧੀ ਹੋਵੇ। ਮੰਤਰੀ ਸਾਹਿਬ ਕੀ ਐਨਾਲਿਸਿਸ ਕੀਤਾ ਤੁਸੀਂ ਕਿ ਜਿਸ ਤਰੀਕੇ ਨਾਲ ਹੁਣ ਇਹ ਕੰਮ ਚੱਲ ਰਿਹਾ ਹੈਗਾ, ਹਾਲਾਂਕਿ ਅਦਾਇਗੀ ਸਿੱਧਾ ਖਾਤਿਆਂ ਦੇ ਵਿੱਚ ਹੋ ਰਹੀ ਹੈ, ਕਿ ਇਹ ਰਿਸ਼ਤਾ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਬਣਿਆ ਰਹੂਗਾ ਕਿ ਲੱਗਦਾ ਕਿ ਇਹਦੇ ਵਿੱਚ ਕੁਝ ਨਿਗਾਰ ਆ ਸਕਦਾ ਹੈਗਾ? ਸੀਐਮ ਸਾਹਿਬ ਨੇ ਭਰੋਸਾ ਦਿੱਤਾ ਆੜ੍ਹਤੀ ਭਾਈਚਾਰੇ ਨੂੰ। ਸਾਰੇ ਡਿਸਟ੍ਰਿਕਟ ਯੂਨਿਟ ਉਹਨਾਂ ਦੇ ਇਕੱਠੇ ਸੀਗੇ, ਮੈਂ ਉੱਥੇ ਮੌਜੂਦ ਸੀ ਵੀਸੀ ਰਾਹੀਂ, ਵੀ ਜਿੰਨੀ ਦੇਰ ਤੱਕ ਉਹ ਬੈਠੇ ਆ ਆੜ੍ਹਤੀਆਂ ਦੀ ਐਗਜ਼ਿਸਟੈਂਸ ਬਿਲਕੁਲ ਖਤਮ ਨਹੀਂ ਹੋਣ ਦਿੱਤੀ ਜਾਏਗੀ। ਉਹਨਾਂ ਨੂੰ ਸਿਸਟਮ 'ਚ ਰੈਲੇਵੈਂਟ ਰੱਖਿਆ ਜਾਏਗਾ ਉਸੇ ਤਰੀਕੇ ਜਿਵੇਂ ਪਹਿਲਾਂ ਸੀਗੇ। ਆਮ ਆਦਮੀ ਪਾਰਟੀ ਤੁਹਾਡੇ ਦਰ ਮੁਰੇ ਆਈ ਸੀਗੀ, ਆ ਕੇ ਪ੍ਰੋਟੈਸਟ ਵੀ ਕੀਤਾ ਉਹਨਾਂ ਨੇ, ਇੱਕ ਵਾਰ ਫੇਰ ਤੋਂ ਹੁਣ ਕੱਲ ਮੰਗ ਰੱਖੀ ਹੈ, ਕਹਿੰਦੇ ਕਿ ਸਰਕਾਰ ਜਿਹੜੀ ਹੈਗੀ ਅਸਫਲ ਰਹੀ ਹੈ, ਅਸਤੀਫਾ ਭਰਤ ਪੁੱਛਣਾ ਸ਼ੁਰੂ। ਅਗਰ ਅਸੀਂ 20 ਦਿਨਾਂ 'ਚ 55 ਦਿਨ ਦਾ ਆਪਰੇਸ਼ਨ ਪੂਰਾ ਕਰ ਜਾਂਦੇ ਆ, ਫਿਰ ਸਾਡਾ ਅਸਤੀਫਾ ਬਣਦਾ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਇਨਾਮ ਦੇ ਹੱਕਦਾਰ ਬਣਦੇ ਆ, ਇਹ ਤਾਂ ਫਿਰ ਪਬਲਿਕ ਡਿਸਾਈਡ ਕਰੇਗੀ, ਕਿਸਾਨ ਡਿਸਾਈਡ ਕਰਨਗੇ, ਆੜ੍ਹਤੀ ਡਿਸਾਈਡ ਕਰਨਗੇ, ਜਾਂ ਤੁਸੀਂ ਜਿਹੜੇ ਡੈਮੋਕ੍ਰੇਸੀ ਦੇ ਪਹਿਰੇਦਾਰ ਹੋ ਤੁਸੀਂ ਡਿਸਾਈਡ ਕਰੋਗੇ। ਇੱਕ ਪਾਸੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਹੋਏ ਨੇ ਤੇ ਉੱਥੇ ਹੀ ਗੱਲ ਕਰੀਏ ਪੰਜਾਬ ਦੀ, ਤਾਂ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਨੂੰ ਲੈ ਕੇ ਵੀ ਕਿਸਾਨ ਕਹਿ ਰਹੇ ਨੇ ਕਿ ਸਾਡੀ ਪੰਜਾਬ ਸਰਕਾਰ ਸਾਰ ਨਹੀਂ ਲੈ ਰਹੀ। ਕਣਕ ਦੀ ਖਰੀਦ ਨੂੰ ਲੈ ਕੇ ਮੰਡੀਆਂ ਦੇ ਵਿੱਚ ਰੁਲਣਾ ਪੈ ਰਿਹਾ। ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਉਚੇਚੇ ਢੰਗ ਦੇ ਨਾਲ ਖਰੀਦ ਕੀਤੀ ਜਾ ਰਹੀ ਹੈ। ਮੌਜੂਦਾ ਹਾਲਾਤ ਕੀ ਨੇ, ਕਿਉਂ ਵਿਰੋਧੀ ਪਾਰਟੀਆਂ ਅਸਤੀਫੇ ਦੀ ਮੰਗ ਕਰ ਰਹੀਆਂ ਨੇ ਤੇ ਕੀ ਵਾਕਈ ਹੀ ਪੰਜਾਬ ਦੇ ਵਿੱਚ ਸਹੀ ਢੰਗ ਦੇ ਨਾਲ ਪ੍ਰੋਕਿਉਰਮੈਂਟ ਜਾਰੀ ਹੈ, ਇਸ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਮੌਜੂਦ ਨੇ। ਮੰਤਰੀ ਸਾਹਿਬ ਸਵਾਗਤ ਹੈ ਤੁਹਾਡਾ ਟੀਵੀ ਪੰਜਾਬ। ਮੰਤਰੀ ਸਾਹਿਬ, ਸਰਕਾਰ ਦਾਅਵੇ ਕਰਦੀ ਹੈ ਕਿ ਸਭ ਕੁਝ ਸਹੀ ਢੰਗ ਦੇ ਨਾਲ ਹੋ ਰਿਹਾ, ਫਿਰ ਧਰਨੇ ਕਿਉਂ ਲੱਗ ਰਹੇ ਨੇ, ਫਿਰ ਕਿਸਾਨ ਖੱਜਲ ਕਿਉਂ ਹੋ ਰਹੇ ਨੇ? ਭਾਈਜਾਨ, ਇੱਕ ਤਾਂ ਇਲੈਕਸ਼ਨ ਈਅਰ ਹੈ, ਇਹਦੇ ਮੱਦੇਨਜ਼ਰ ਥੋੜੀ ਪੋਲਿਟਿਕਸ ਤਾਂ ਹੋਣੀ ਹੈ। ਤੁਸੀਂ ਹਰ ਵਾਰ ਪ੍ਰੋਕਿਉਰਮੈਂਟ ਨੂੰ ਕਵਰ ਕਰਦੇ ਹੋ, ਹਰ ਵਾਰੀ ਜ਼ੁਬਾਨੀ ਇਲਜ਼ਾਮ ਲੱਗ ਜਾਂਦੇ ਆ ਬਈ ਜੀ ਸਰਕਾਰ ਪ੍ਰੋਕਿਉਰਮੈਂਟ ਪ੍ਰੋਪਰ ਨਹੀਂ ਕਰ ਰਹੀ, ਸਰਕਾਰ ਪੇਮੈਂਟ ਨਹੀਂ ਟਾਈਮਲੀ ਦੇ ਰਹੀ, ਸਰਕਾਰ ਲਿਫਟਿੰਗ ਨਹੀਂ ਕਰ ਰਹੀ। ਪਰ ਤੁਸੀਂ ਵੀ ਜਾਣਦੇ ਹੋ ਵੀ ਪਿਛਲੇ 8 ਸੀਜ਼ਨ ਕਿੰਨੇ ਸਮੂਥਲੀ ਲੰਘੇ ਆ, ਤੇ ਇਹ ਸੀਜ਼ਨ ਸਪੈਸ਼ਲੀ ਚੈਲੰਜਿੰਗ ਸੀਜ਼ਨ ਸੀਗਾ ਜਦੋਂ ਸਾਰੇ ਹਿੰਦੁਸਤਾਨ 'ਚ ਬਾਰਦਾਨੇ ਦੀ ਪ੍ਰੋਬਲਮ, ਅਸੀਂ ਬਾਰਦਾਨੇ ਦੀ ਪ੍ਰੋਬਲਮ ਨਹੀਂ ਆਉਣ ਦਿੱਤੀ। ਐਜੀਟੇਸ਼ਨ ਐਨ ਸਿਰ ਚੜ੍ਹ ਕੇ ਬੋਲਦਾ ਪਿਆ ਉੱਥੇ। ਇੱਕ ਸ਼ੰਕਾ ਸੀਗਾ ਇਸ ਪ੍ਰੋਕਿਉਰਮੈਂਟ ਤੇ ਖਬਰੀ ਹੋਏਗੀ ਕਿ ਨਹੀਂ ਹੋਏਗੀ, ਕਿਸਾਨਾਂ ਨੂੰ ਅੱਡ ਵੀ ਸਾਡੀ ਫਸਲ ਇੰਨੀ ਮਿਹਨਤ ਨਾਲ ਬੀਜੀ ਪਾਲੀ, ਪਤਾ ਨਹੀਂ ਸਰਕਾਰ ਚੱਕੇਗੀ ਕਿ ਨਹੀਂ, ਕਿਉਂਕਿ ਸੈਂਟਰ ਗਵਰਨਮੈਂਟ ਟਾਈਮ ਟੂ ਟਾਈਮ ਬਿਆਨ ਦੇ ਰਹੀ ਸੀ ਵੀ ਅਸੀਂ ਪ੍ਰੋਕਿਉਰਮੈਂਟ ਨਹੀਂ ਕਰਨੀ। ਆੜ੍ਹਤੀਆਂ ਨੂੰ ਆਪਣੇ ਖਦਸ਼ੇ ਸੀਗੇ ਮਨ 'ਚ, ਪਤਾ ਨਹੀਂ ਸਾਡੇ ਕਾਰੋਬਾਰ ਦਾ ਕੀ ਰਹੇਗਾ, ਉਹਦੀ ਐਗਜ਼ਿਸਟੈਂਸ ਰਹੇਗੀ ਕਿ ਨਹੀਂ ਰਹੇਗੀ। ਇਸ ਸਰਕਾਰ ਨੇ ਇਨਸ਼ੋਰ ਕੀਤਾ ਵੀ ਇਹ ਪ੍ਰੋਕਿਉਰਮੈਂਟ ਵੀ ਹੋਵੇ, CCL ਵੀ ਲੈ ਕੇ ਆਂਦੀ ਟਾਈਮਲੀ, ਆੜ੍ਹਤੀਆਂ ਨੂੰ ਰਾਜ਼ੀ ਕਰਿਆ, ਜਿਹੜਾ ਇੱਕ ਵਿਚਲਾ ਸਿਸਟਮ ਤਿਆਰ ਕੀਤਾ, ਸੈਂਟਰ ਗਵਰਨਮੈਂਟ ਦੀਆਂ ਹਦਾਇਤਾਂ ਨੂੰ ਵੀ ਮੰਨੀਆਂ, ਔਰ ਸਪੈਸ਼ਲੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਕਿਹਾ ਵੀ ਆੜ੍ਹਤੀਆਂ ਨੂੰ ਅਲੱਗ ਨਹੀਂ ਹੋਣ ਦੇਣਾ ਇਸ ਸਿਸਟਮ 'ਚੋਂ, ਉਹਨਾਂ ਨੂੰ ਇਸ ਸਿਸਟਮ 'ਚ ਰੱਖਿਆ, ਰੈਲੇਵੈਂਟ ਰੱਖਿਆ। ਉਸ ਤੋਂ ਬਾਅਦ ਪ੍ਰੋਕਿਉਰਮੈਂਟ ਸ਼ੁਰੂ ਕੀਤੀ, ਉਹਨਾਂ ਦੀ ਹੜਤਾਲ ਖਤਮ ਕਰਾਈ ਬੜੀ ਟਾਈਮਲੀ, 11 ਤਰੀਕ ਤੋਂ ਸ਼ੁਰੂ ਹੋਈ ਤੇ ਫਸਲ ਇੰਨੀ ਤੇਜ਼ੀ ਨਾਲ ਆਈ। 12 ਦਿਨਾਂ 'ਚ 70 ਲੱਖ ਮੀਟ੍ਰਿਕ ਟਨ, ਕੋਈ ਪਾਸਿਸ ਨਹੀਂ ਕਿਸੇ ਨੇ ਦੇਖੇ, ਕੁਛ ਨਹੀਂ, ਫਟਾਫਟ ਫਸਲ ਵੱਢੀ। ਉਹਨਾਂ ਦੇ ਮਨ ਦੇ ਭੈ, ਮਨ ਦੇ ਵਹਿਮ, ਮਨ ਦਾ ਡਰ ਕੀ ਸੀ ਮੈਨੂੰ ਨਹੀਂ ਪਤਾ, ਪਰ ਜਿੰਨਾ ਸਾਡੇ ਕੋਲ ਇਸ ਵੇਲੇ ਲੇਬਰ, ਸਾਡੇ ਕੋਲ ਸਾਰਾ ਸਿਸਟਮ ਅਵੇਲੇਬਲ, ਅਸੀਂ ਦਿਨ ਰਾਤ ਜੁਟੇ ਹੋਏ ਹਾਂ, ਸਾਰੀ ਫਸਲ ਭਰਦੇ ਜਾ ਰਹੇ ਹਾਂ, ਲਿਫਟਿੰਗ ਕਰਦੇ ਜਾ ਰਹੇ ਹਾਂ। ਰਿਕਾਰਡ ਟਾਈਮ ਦੇ ਵਿੱਚ ਅਸੀਂ ਪਿਛਲੇ ਸਾਲ ਇਸ ਦਿਨ ਤਾਈਂ ਸਿਰਫ 23 ਲੱਖ ਮੀਟ੍ਰਿਕ ਟਨ ਅਸੀਂ ਪ੍ਰੋਕਿਉਰ ਕਰੀ ਸੀ ਫਸਲ, ਤੇ ਐਤਕੀ ਅਸੀਂ 70 ਲੱਖ ਆ ਗਈ, ਜਿਹਦੇ ਚੋਂ 66.5 ਲੱਖ ਅਸੀਂ ਪ੍ਰੋਕਿਉਰ ਕਰ ਚੁੱਕੇ ਹਾਂ। 30 ਲੱਖ ਤੋਂ ਉੱਤੇ ਲਿਫਟਿੰਗ ਹੋ ਗਈ ਆ ਉਹਦੇ 'ਚ। ਸਾਰਾ ਸਿਸਟਮ ਬੜੀ ਤੇਜ਼ੀ ਨਾਲ ਚੱਲਦਾ ਪਿਆ, ਤੇ ਪਰ ਉਹ ਮਨਾਂ ਦੇ ਵਹਿਮ, ਕੁਛ ਇਲੈਕਸ਼ਨ ਈਅਰ, ਕੁਛ ਪੋਲਿਟਿਕਸ, ਤੁਸੀਂ ਸਭ ਜਾਣਦੇ ਹੋ, ਕਿਤੇ
ਉਹ ਮਨ 'ਚ ਜਿਹੜੀ ਪੇਸ਼ੈਂਸ ਲੈਵਲ ਹੈ ਸਾਡੇ ਕਿਸਾਨਾਂ ਦਾ, ਕਿਉਂਕਿ 4-4 ਮਹੀਨੇ ਉੱਥੇ ਬੈਠ ਕੇ ਆਏ, ਉੱਥੇ ਕੋਈ ਸਾਰ ਨਹੀਂ ਲੈਂਦਾ ਤੇ ਉਹ ਕਿਤੇ ਥੋੜਾ ਬਹੁਤ ਗੁੱਸਾ ਇੱਥੇ ਵੀ ਨਿਕਲਦਾ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਕਿਸਾਨ ਥੋੜੇ ਕਾਲੇ ਨਜ਼ਰ ਆ ਰਹੇ ਨੇ ਤੁਹਾਨੂੰ ਇਸ ਵਾਰ? ਸਰ 70 ਲੱਖ ਫਸਲ ਦਾ ਆਣਾ ਆਪ ਹੀ ਆਪਣੇ ਆਪ 'ਚ ਦੱਸਦਾ, ਪਰ ਕੋਈ ਗੱਲ ਨਹੀਂ, ਤਿਆਰ ਬੈਠੀ ਸਰਕਾਰ। 70 ਲੱਖ ਦੀ ਜਗ੍ਹਾ ਤੇ 70 ਲੱਖ ਹੋਰ ਵੀ ਆਵੇ, ਉਹ ਵੀ ਪ੍ਰੋਕਿਓਰ ਹੋਏਗੀ ਔਰ ਰਿਕਾਰਡ ਟਾਈਮ 'ਚ ਹੋਏਗੀ। ਮੈਂ ਤੁਹਾਨੂੰ ਇਹ ਕੈਪਟਨ ਅਮਰਿੰਦਰ ਸਿੰਘ ਜੀ ਦੇ ਬਿਹਾਫ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਇਹ ਕਮਿਟ ਕਰਦਾ ਆ ਵੀ ਸਰਕਾਰ ਵਚਨਬੱਧ ਹੈ, ਇੱਕ ਦਾਣਾ ਚੱਕਣ 'ਚ ਵਚਨਬੱਧ ਹੈ ਤੇ ਉਹਦੀ ਟਾਈਮਲੀ ਪੇਮੈਂਟ ਬਿਲਕੁਲ ਟਾਈਮ। ਤੁਸੀਂ ਕਹਿ ਰਹੇ ਹੋ ਕਿ ਵਚਨਬੱਧ ਹੈਗੇ ਹੋ, ਹਾਲਾਂਕਿ ਜੋ ਅੱਜ ਅਖਬਾਰਾਂ ਦੀਆਂ ਵੀ ਸੁਰਖੀਆਂ ਬਣੀਆਂ ਹੋਈਆਂ ਨੇ, ਅਖਬਾਰਾਂ ਦੇ ਵਿੱਚ ਵੀ ਰਿਪੋਰਟਸ ਲੱਗੀਆਂ ਹੋਈਆਂ ਨੇ। ਜਲੰਧਰ ਦੇ ਵਿੱਚ ਕਹਿੰਦੇ ਸੋਸ਼ਲ ਮੀਡੀਆ ਤੇ ਜ਼ਰੂਰ ਫੋਟੋਆਂ ਪਾਈਆਂ ਜਾ ਰਹੀਆਂ ਨੇ ਕਿ ਸਭ ਕੁਝ ਸਹੀ ਚੱਲ ਰਿਹਾ ਹੈ। ਜਲੰਧਰ ਦੇ ਵਿੱਚ ਕਹਿੰਦੇ ਤਰਪਾਲਾਂ ਫਟੀਆਂ ਹੋਈਆਂ ਆ ਰਹੀਆਂ ਨੇ, ਉੱਥੇ ਪ੍ਰੋਕਿਉਰਮੈਂਟ ਸਹੀ ਨਹੀਂ ਹੋ ਰਹੀ। ਫਰੀਦਕੋਟ ਦਾ ਜ਼ਿਕਰ ਕੀਤਾ ਹੈ, ਫਰੀਦਕੋਟ ਦੇ ਵਿੱਚ ਕਹਿੰਦੇ ਮੀਂਹ ਦੇ ਨਾਲ ਮਾਰ ਪਈ ਹੈਗੀ ਹੈ, ਉੱਥੇ ਲਿਫਟਿੰਗ ਨਹੀਂ ਹੋ ਰਹੀ। 50% ਦੀ ਜਿਹੜੀ ਹੈਗੀ ਆ ਉੱਥੇ ਕਣਕ ਅਜੇ ਵੀ ਪਈ ਹੋਈ ਹੈ। ਸੁਖਬੀਰ ਬਾਦਲ ਹੋਣੀ ਜਾ ਕੇ ਦੌਰਾ ਕਰਕੇ ਆਉਂਦੇ ਹੈਗੇ ਨੇ, ਤਾਂ ਇਹ ਤਸਵੀਰਾਂ ਕੀ ਫਿਰ ਬਿਆਨ ਕਰਦੀਆਂ ਨੇ? ਗਗਨ ਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਕੋ ਦਮ ਫਸਲ ਆਈ ਸਾਰੀ, ਅਸੀਂ ਪ੍ਰੋਕਿਉਰਮੈਂਟ ਔਰ ਲਿਫਟਿੰਗ ਕਰਦੇ ਜਾ ਰਹੇ ਹਾਂ। ਜਿੰਨੀ ਸਾਡੀ ਕਪੈਸਿਟੀ ਹੈ, ਫੁੱਲ ਕਪੈਸਿਟੀ ਲੱਗੇ ਹੋਏ ਆ। ਉਹ ਲਿਫਟਿੰਗ ਦੇ ਨਾਲ ਹੋਣਾ ਕੀ ਹੈ ਸਰ, 2 ਜਾਂ 3 ਦਿਨ ਸਾਨੂੰ ਆਪਰੇਸ਼ਨ ਹੋਰ ਲਿਫਟਿੰਗ 'ਚ ਟਾਈਮ ਲੱਗ ਸਕਦਾ ਹੈ, ਪਰ ਅਸੀਂ ਕਿਸਾਨ ਦੀ ਫਸਲ ਜਦੋਂ ਹੀ ਮੰਡੀ 'ਚ ਆਉਂਦੀ ਆ ਉਦੋਂ ਹੀ ਪ੍ਰੋਕਿਉਰ ਕਰਦੇ ਹਾਂ। ਜਿਵੇਂ ਮੈਂ ਤੁਹਾਨੂੰ ਦੱਸਿਆ 70 ਲੱਖ ਫਸਲ ਆਈ, ਵਿੱਚੋਂ 66 ਲੱਖ ਮੈਟ੍ਰਿਕ ਟਨ ਫਸਲ ਪ੍ਰੋਕਿਉਰ ਹੋ ਗਈ। ਉਹਦੀ ਲਿਫਟਿੰਗ ਨੂੰ ਥੋੜਾ ਟਾਈਮ ਲੱਗ ਸਕਦਾ ਹੈ, ਉਹ ਅਸੀਂ ਕਰਦੇ ਜਾ ਰਹੇ ਹਾਂ ਨਾਲ ਦੀ ਨਾਲ। ਉੱਥੇ ਸਾਡਾ ਸਾਰਾ ਜਿਹੜਾ ਪੈਰਾਫਰਨੀਲੀਆ ਉਹ ਲੱਗਿਆ ਹੋਇਆ, ਜਿੰਨੇ ਸਾਡੇ ਆਫੀਸਰਸ ਨੇ ਉਹਨਾਂ ਦੇ ਥੱਲੇ ਜੋ ਸਟਾਫ ਆ ਉਹ ਬਕਾਇਦਾ ਮਿਹਨਤ ਕਰਦਾ ਪਿਆ ਔਰ ਕਿਸੇ ਨੂੰ ਕੋਸ਼ਿਸ਼ ਕਰੀਦੀ ਹੈ ਕੋਈ ਮੁਸ਼ਕਿਲ ਨਾ ਆਵੇ। ਹਾਂ ਠੀਕ ਹੈ ਤੁਹਾਡੀ ਗੱਲ, ਮੈਂ ਨਹੀਂ ਕਹਿੰਦਾ ਕਿਸਾਨ ਕਿਤੇ ਕਿਤੇ ਸੜਕਾਂ ਤੇ ਨਿਕਲੇ ਨੇ, ਕਿਸ ਕਰਕੇ ਨਿਕਲੇ ਨੇ, ਜਾਂ ਤਾਂ ਪੇਸ਼ੈਂਸ ਲੈਵਲ ਘਟ ਗਿਆ, ਪਰ ਇਹੋ ਜੀ ਕੋਈ ਗੱਲ ਨਹੀਂ ਹੈ ਵੀ 8 ਦਿਨ ਕਿਸੇ ਨੂੰ ਬਹਿਣਾ ਪਿਆ। ਜੇ 8 ਦਿਨ ਬਹਿਣਾ ਪਿਆ ਹੁੰਦਾ ਤੇ 70 ਲੱਖ ਅਸੀਂ ਫਸਲ ਕਿੱਦਾਂ ਪ੍ਰੋਕਿਉਰ ਕਰ ਲੈਂਦੇ ਸਰ। ਸੁਖਬੀਰ ਬਾਦਲ ਉਹਨਾਂ ਨੇ ਕੱਲ ਫੇਸਬੁੱਕ ਤੇ ਲਾਈਵ ਕੀਤਾ, ਅਸੀਂ ਵੇਖਦੇ ਸੀਗੇ, ਤਾਂ 2-3 ਕਿਸਾਨ ਇਹੋ ਜਿਹੇ ਉਹਨਾਂ ਨੇ ਵੀਡੀਓ ਦੇ ਵਿੱਚ ਲੈ ਕੇ ਆਂਦੇ, ਕਹਿੰਦੇ ਜਿਹੜੇ 9-9 ਦਿਨਾਂ ਦੇ ਉੱਥੇ ਬੈਠੇ ਹੋਏ ਨੇ, ਪ੍ਰੋਕਿਉਰਮੈਂਟ ਨਹੀਂ ਹੋ ਰਹੀ। ਹਾਲਾਂਕਿ ਹੁਕਮ ਵੀ ਦੇ ਕੇ ਆਏ ਨੇ, ਕਹਿੰਦੇ ਕਿ ਸ਼ਾਮ ਤੱਕ ਰਿਪੋਰਟ ਜਿਹੜੀ ਹੈਗੀ ਉਹ ਦਿੱਤੀ ਜਾਵੇ। ਜੋ ਕੰਮ ਮੰਤਰੀ ਸਾਹਿਬ ਤੁਹਾਡਾ ਸੀਗਾ, ਮੈਨੂੰ ਲੱਗਦਾ ਉਹ ਸੁਖਬੀਰ ਬਾਦਲ ਕਰਦੇ ਹੋਏ ਨਜ਼ਰ ਆ ਰਹੇ ਨੇ। ਸਰ ਉਹ ਪੋਲਿਟਿਕਸ ਕਰ ਰਹੇ ਨੇ, ਉਹ ਕੰਮ ਨਹੀਂ ਕਰ ਰਹੇ। ਤੁਸੀਂ ਵੀ ਜਾਣਦੇ ਹੋ ਵੀ ਹੁਕਮ ਕੌਣ ਦਿੰਦਾ ਹੁੰਦਾ ਹੈ। ਹਾਂ ਠੀਕ ਹੈ, ਉਹ ਰਾਖੇ ਨੇ ਆਪੋਜੀਸ਼ਨ, ਕਿਤੇ ਵੀ ਕੋਈ ਇਸ਼ੂ ਹੋਵੇ, ਕਿਸੇ ਨੂੰ ਕੋਈ ਮੁਸ਼ਕਿਲ ਹੋਵੇ, ਆਵਾਜ਼ ਬੁਲੰਦ ਕਰ ਸਕਦੀ ਹੈ। ਉਹ ਆਵਾਜ਼ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੋਵੇ, ਸਰਕਾਰ ਹੋਵੇ, ਕਿਸੇ ਵੀ ਤਰੀਕੇ ਉੱਥੇ ਤੱਕ ਪਹੁੰਚਾਣੀ ਹੁੰਦੀ ਹੈ। ਪਰ ਤੁਸੀਂ ਵੀ ਜਾਣਦੇ ਹੋ ਆ ਹੁਕਮ ਦੇਣਾ ਹੁਕਮ ਦੇਣਾ ਹਾਸੋਹੀਣਾ ਨਹੀਂ ਹੈ ਵੀ ਇਹ ਹਲੇ ਵੀ ਉਸੇ ਹੀ ਪੁਰਾਣੇ ਵਾਲੇ ਉਸੇ ਗੁਮਾਨ 'ਚ ਫਿਰਦੇ ਹੈ, ਜਾਂ ਹਲੇ ਤਾਈਂ ਉਹ ਜਿਹੜਾ ਉਹ ਈਗੋ ਲੈਵਲ ਹੈ ਡਾਊਨ ਨਹੀਂ ਹੋਇਆ, ਜਿਹੜਾ ਹੁਕਮ ਚੱਲ ਰਹੇ ਨੇ। ਇਹ ਕੋਈ ਹੁਕਮਾਂ ਹਕਮਾਂ ਵਾਲੀ ਗੱਲ ਨਹੀਂ। ਸਾਡਾ ਜਿਹੜਾ ਆਪਰੇਸ਼ਨ ਹੈ ਬੜਾ ਆਟੋ ਮੋਡ ਤੇ ਰਹਿੰਦਾ, ਹਰੇਕ ਦੀ ਫਸਲ ਅਸੀਂ ਚੱਕਣੀ ਹੈ। ਕੱਲ ਭਰਤਿੰਦਰ ਚੈਨ ਉਹਨਾਂ ਦੀ ਗੱਡੀ ਰੋਕ ਲਈ ਕਿਸਾਨਾਂ ਨੇ ਪਟਿਆਲੇ ਦੇ ਵਿੱਚ, ਉਹਨਾਂ ਦਾ ਵੀ ਘਿਰਾਓ ਕੀਤਾ। ਚਨਾਰਥਲ 'ਚ ਬਕਾਇਦਾ ਤੌਰ ਤੇ ਜਾ ਕੇ ਰੁੜਕਾ ਮੰਡੀ 'ਚ ਦੇਖ ਲਓ, ਜਦੋਂ ਉਹਨਾਂ ਦੀ ਗੱਡੀ ਘੇਰ ਕੇ ਬੈਠੇ ਸੀ, ਅੰਦਰ ਪ੍ਰੋਕਿਉਰਮੈਂਟ ਚੱਲ ਰਹੀ ਸੀ ਮੰਡੀ 'ਚ। ਹੁਣ ਇਹਨੂੰ ਮੈਂ ਕੀ ਕਹਾਂ? ਤਾਂ ਕਿਸਾਨ ਨੇ ਜਾਂ ਪੋਲੀਟੀਕਲ ਪਾਰਟੀ ਦੇ? ਸਰ ਇਹਨੂੰ ਹੁਣ ਤੁਸੀਂ ਵਿਜ਼ੂਅਲਾਈਜ਼ ਕਰੋ। ਤੁਸੀਂ 2-3 ਦਿਨ 4 ਦਿਨ ਜਦੋਂ ਜਿਸ ਸਪੀਡ ਨਾਲ ਸੀਜ਼ਨ ਚੱਲਦਾ ਪਿਆ ਹੈ, ਖਤਮ ਹੋ ਜਾਏਗਾ ਤਾਂ ਸਾਰੀਆਂ ਗੱਲਾਂ ਦੇ ਜਵਾਬ ਆਪਣੇ ਆਪ ਹੋ ਜਾਣਗੇ। ਹਾਂ ਮੈਂ ਮੰਨਦਾ ਹਾਂ ਵੀ ਤੇਜ਼ੀ ਆਣ ਕਰਕੇ ਕਿਤੇ ਨਾ ਕਿਤੇ ਸਾਡਾ ਬਾਰਦਾਨਾ ਥੋੜੇ ਘੰਟੇ ਲੇਟ ਪਹੁੰਚ ਸਕਦਾ ਹੈ, ਕਿਸੇ ਮੰਡੀ 'ਚ ਖਤਮ ਹੋ ਸਕਦਾ, ਦੂਸਰੀ ਮੰਡੀ 'ਚ ਉਧਰ ਅਸੀਂ ਟ੍ਰਾਂਸਫਰ ਹਰ ਸੀਜ਼ਨ 'ਚ ਹੀ ਹੁੰਦਾ ਆ ਰਿਹਾ। ਇੱਕ ਦੂਸਰੀ ਏਜੰਸੀ ਨੂੰ ਦਿੰਦੇ ਆ, ਕਿਸੇ ਇੱਕ ਏਜੰਸੀ ਕੋਲ ਖਤਮ ਹੋ ਗਿਆ, ਦੂਸਰੇ ਤੋਂ ਉਹਨੂੰ ਲੋਨਿੰਗ ਕਰਵਾ ਦਿੱਤੀ ਹੈ। ਇਹ ਸਾਰੀਆਂ ਚੀਜ਼ਾਂ ਚੱਲਦੀਆਂ, ਪਰ ਬਾਰਦਾਨੇ ਦੀ ਕਿੱਲਤ ਨਾ ਆਵੇ ਉਹਦੇ ਕਰਕੇ ਸਰਕਾਰ ਨੇ ਹਰ ਸਟੈਪ ਚੱਕ ਰੱਖਿਆ। ਮਤਲਬ ਸਰ ਬਾਰਦਾਨੇ ਦੀ ਸਥਿਤੀ ਕੀ ਹੈਗੀ, ਅਸਲ ਸਥਿਤੀ ਕੀ ਹੈ? ਕਿ ਸਰਕਾਰਾਂ ਨੇ ਪਹਿਲਾਂ ਪਲੈਨਿੰਗ ਕਰਨ ਦੇ ਵਿੱਚ ਕੁਝ ਕਮੀ ਰੱਖ ਲਿੱਤੀ ਕਿ ਤੁਹਾਨੂੰ ਲੱਗਦਾ ਕਿ ਸਭ ਕੁਝ ਸਹੀ ਸੀਗਾ? ਮੈਂ ਫਿਰ ਤੁਹਾਨੂੰ ਉਹੀ ਕਿਹਾ, ਪਲੈਨਿੰਗ ਸਾਹਿਬ, ਕਦੀ ਵੀ ਤੁਸੀਂ ਵੀ ਕੋਈ ਆਪਰੇਸ਼ਨ ਆਪਣਾ ਕਰੋਗੇ, ਬਾਰਦਾਨਾ ਹੈ ਖੁੱਲੇ 'ਚ ਮੰਡੀਆਂ 'ਚ ਸਿੱਟ ਤਾਂ ਦੋਗੇ ਨਹੀਂ। ਉਹ ਹਰੇਕ ਜਗ੍ਹਾ ਦੀ ਪਲੈਨਿੰਗ ਕਰਕੇ ਇਹ ਲਿਖਿਆ ਹੁੰਦਾ ਇੱਥੇ 10 ਪਾਸ ਇਸ਼ੂ ਹੋਣਗੇ, ਉਸ 10 ਪਾਸਾਂ ਦਾ ਇੰਨਾ ਮਾਲ ਆਏਗਾ ਤੇ ਉਹਦੇ ਵਾਸਤੇ ਇੰਨਾ ਬਾਰਦਾਨਾ ਚਾਹੀਦਾ, ਦੂਸਰੇ ਦਿਨ ਇੰਨਾ ਜਾਏਗਾ, ਤੀਸਰੇ ਦਿਨ ਇੰਨਾ ਜਾਏਗਾ। ਜੇ ਹੁਣ 7 ਦਿਨਾਂ ਦਾ ਪਹਿਲੇ ਦਿਨ ਹੀ ਆ ਜਾਏਗਾ ਤੇ ਉਹ ਸਾਨੂੰ 6 ਦਿਨਾਂ ਦਾ ਬਾਰਦਾਨਾ ਉੱਥੇ ਪਹੁੰਚਾਉਣਾ ਵੀ ਤਾਂ ਪੈਣਾ ਹੈ। ਬਿਲਕੁਲ, ਤੇ ਉਹ ਪਹੁੰਚਾਉਣ ਨੂੰ ਟਾਈਮ ਵੀ ਤਾਂ ਲੱਗਣਾ ਹੈ। ਸਭ ਇਹ ਸਮਝਣ ਦੀ ਗੱਲ ਹੈ। ਤੁਸੀਂ ਵੋਲਿਊਮ ਦੇਖਿਓ ਨਾ ਕਿੰਨਾ ਜ਼ਿਆਦਾ ਆ ਗਿਆ, ਤੇ ਅਸੀਂ ਇੰਨੇ ਇੰਪੇਸ਼ੈਂਟ ਹੋ ਗਏ। ਇਹ ਨਹੀਂ ਦੇਖਿਆ ਬਈ ਬੜੀਆਂ ਹਦਾਇਤਾਂ ਸੀਗੀਆਂ ਬਈ ਆਪਾਂ ਪਾਸਿਸ ਦੇ ਨਾਲ ਸਟੈਗਰਡ ਵੇ ਨਾਲ ਆਣਾ ਹੈ, ਤੇ ਜੇ ਸਟੈਗਰਡ ਵੇ ਨਾਲ ਆਂਦੇ ਉਸ ਪਾਸਿਸ ਦੇ ਨਾਲ ਅੱਜ ਤੁਸੀਂ ਕੈਲਕੂਲੇਟ ਕਰ ਲਓ ਕਿੰਨੀ ਫਸਲ ਆਣੀ ਚਾਹੀਦੀ ਸੀ। ਸਰ ਟੋਕਨ ਸਿਸਟਮ ਕੁਝ ਨਹੀਂ ਚੱਲਿਆ ਨਾ ਪਾਸਿਸ ਨਾਲ। ਫਸਲ ਆਉਣ ਤੋਂ ਬਾਅਦ ਹੀ ਆਪ ਹੀ
ਫਸਲ ਹੀ ਦੱਸਦੀ ਹੈ ਵੀ ਇਹ ਟੋਕਨ ਨਾਲ ਆਈ ਹੈ। ਜਦੋਂ 70 ਲੱਖ ਫਸਲ 10 ਦਿਨ ਚ ਆ ਜਾਏ ਤੁਸੀਂ ਉਹਨੂੰ ਕੀ ਸਮਝੋਗੇ? ਪਰ ਦੇਖੋ ਜਦੋਂ ਵੀ ਪਤਾ ਚੱਲਿਆ ਵੀ ਕਿਸਾਨਾਂ ਨੇ ਇੱਕੋ ਦਮ ਫਸਲ ਵੱਢ ਲਈ, ਸਰਕਾਰ ਸੰਵੇਦਨਸ਼ੀਲ ਰਹੀ, ਉਹਨਾਂ ਨੇ ਬਿਲਕੁਲ ਵੀ ਰੋਕਿਆ ਨਹੀਂ ਉਹਨਾਂ ਨੂੰ ਵੀ ਤੁਸੀਂ ਫਸਲ ਲਿਆਓ ਅਸੀਂ ਪ੍ਰੋਕਿਓਰ ਕਰਾਂਗੇ। ਅਸੀਂ ਸਭ ਜਗ੍ਹਾ ਜਿਹੜੇ ਪਾਸੇ ਸਿਸਟਮ ਸੀ ਉਹਨਾਂ 'ਚ ਰਿਲੈਕਸੇਸ਼ਨ ਰੱਖੀ ਵੀ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਨਾ ਆਉਣ ਦਿਓ, ਆ ਜਾਓ। ਪਰ ਜੇ ਆ ਗਏ ਉਹ ਥੋੜਾ ਪੇਸ਼ੈਂਸ, ਕਿਉਂਕਿ ਉੱਥੇ ਜਿਹੜੇ ਤੋਲੇ ਨੇ, ਜਿਹੜਾ ਸਾਡਾ ਸਫਾਈ ਦਾ ਸਟਾਫ ਹੈ, ਫਸਲ ਸਾਫ਼ ਹੋਣੀ, ਕਲੀਨ ਹੋਣੀ, ਉਸ ਤੋਂ ਬਾਅਦ ਉਹਦਾ ਤੋਲਾ ਲੱਗਣਾ, ਉਹਨੂੰ ਭਰਿਆ ਜਾਣਾ ਤੇ ਉਹਨੂੰ ਰੱਖਣਾ, ਉਹ ਤਾਂ ਉਨੇ ਹੀ ਬੰਦੇ ਨੇ। ਆਮ ਆਦਮੀ ਪਾਰਟੀ ਤੁਹਾਡੇ ਦਰ ਮੁਰੇ ਆਈ ਸੀਗੀ, ਅੱਗੇ ਪ੍ਰੋਟੈਸਟ ਵੀ ਕੀਤਾ ਉਹਨਾਂ ਨੇ, ਇੱਕ ਵਾਰ ਫੇਰ ਤੋਂ ਹੁਣ ਕੱਲ ਮੰਗ ਰੱਖੀ ਹੈ, ਕਹਿੰਦੇ ਕਿ ਸਰਕਾਰ ਜਿਹੜੀ ਹੈਗੀ ਆ ਅਸਫਲ ਰਹੀ ਹੈ, ਅਸਤੀਫਾ ਭਾਰਤ ਭੂਸ਼ਣ ਆਸ਼ੂ ਦੇਣ। ਇਹ ਬਿਲਕੁਲ ਅਸੀਂ ਉਹਨਾਂ ਨੂੰ ਦੱਸਾਂਗੇ, ਅਸਤੀਫਾ ਵੀ ਦੇਵਾਂਗੇ ਜੇ ਸਾਡਾ ਬਣਦਾ ਹੋਏਗਾ, ਉਹ ਹੱਕ ਆ ਆਪੋਜੀਸ਼ਨ ਦਾ ਮੰਗਣਾ ਅਸਤੀਫਾ ਸਾਡੇ ਤੋਂ। ਅਗਰ ਅਸੀਂ 20 ਦਿਨਾਂ 'ਚ 55 ਦਿਨ ਦਾ ਆਪਰੇਸ਼ਨ ਪੂਰਾ ਕਰ ਜਾਂਦੇ ਆ, ਫਿਰ ਸਾਡਾ ਅਸਤੀਫਾ ਬਣਦਾ ਜਾਂ ਕੈਪਟਨ ਅਮਰਿੰਦਰ ਸਿੰਘ ਜੀ ਇਨਾਮ ਦੇ ਹੱਕਦਾਰ ਬਣਦੇ ਆ, ਇਹ ਤਾਂ ਫਿਰ ਪਬਲਿਕ ਡਿਸਾਈਡ ਕਰੇਗੀ, ਕਿਸਾਨ ਡਿਸਾਈਡ ਕਰਨਗੇ, ਆੜ੍ਹਤੀ ਡਿਸਾਈਡ ਕਰਨਗੇ, ਜਾਂ ਤੁਸੀਂ ਜਿਹੜੇ ਡੈਮੋਕ੍ਰੇਸੀ ਦੇ ਪਹਿਰੇਦਾਰ ਹੋ ਤੁਸੀਂ ਡਿਸਾਈਡ ਕਰੋਗੇ। ਪਰ ਅੱਜ ਮੈਂ ਫਿਰ ਭਰੋਸਾ ਦਿਲਵਾਨਾ, ਤੁਹਾਨੂੰ ਦਿਲਵਾਨਾ, ਤੁਹਾਡੇ ਥਰੂ ਸਾਰੇ ਕਿਸਾਨਾਂ ਨੂੰ, ਸਾਰੇ ਆੜ੍ਹਤੀਆਂ ਨੂੰ, ਵੀ ਅਗਰ ਕਿਸੇ ਮੰਡੀ 'ਚ ਮੁਸ਼ਕਿਲ ਆ ਰਹੀ ਹੈ ਇਮੀਡੀਏਟ ਅਥਾਰਟੀਆਂ ਨੂੰ ਅਪਰੋਚ ਕਰੋ। ਬਿਲਕੁਲ ਆਪਾ ਖੋਣ ਦੀ ਲੋੜ ਨਹੀਂ, ਅਸੀਂ ਤੁਸੀਂ ਤੁਹਾਡੇ ਲਈ ਆ, ਤੁਸੀਂ ਸਾਡੇ ਵਾਸਤੇ ਉਨੇ ਹੀ ਇੰਪੋਰਟੈਂਟ ਹੋ ਜੀ। ਅਸੀਂ ਕਿਸੇ ਨੂੰ ਕੋਈ ਮੁਸ਼ਕਿਲ ਨਹੀਂ ਆਣ ਦਿਆਂਗੇ। ਅਗਰ ਕਿਤੇ ਕਿਸੇ ਮੰਡੀ 'ਚ ਬਾਰਦਾਨੇ ਦੀ ਪ੍ਰੋਬਲਮ ਆ ਰਹੀ ਹੈ, ਉੱਥੇ ਬਾਰਦਾਨਾ ਪ੍ਰੋਵਾਈਡ ਕਰਵਾਇਆ ਜਾਏਗਾ। ਆੜ੍ਹਤੀਆਂ ਨੂੰ ਆਥੋਰਾਈਜ਼ ਕਰ ਦਿੱਤਾ ਵੀ ਜਿੰਨਾ ਮਰਜ਼ੀ ਆਪ ਖਰੀਦ ਕੇ ਲਾ ਦਿਓ, ਉਹਨਾਂ ਨੂੰ ਜਦੇ ਹੀ ਪੇਮੈਂਟ ਮੌਕੇ ਤੇ ਹੋਏਗੀ। ਵਿਰੋਧੀ ਕਹਿੰਦੇ ਨੇ ਕਿ ਮੰਤਰੀ ਸਾਹਿਬ ਜਾ ਕੇ ਦੌਰਾ ਹੀ ਨਹੀਂ ਕਰ ਸਕਦੇ, ਕਹਿੰਦੇ ਜੇ ਦੌਰਾ ਕਰਨ ਵਾਸਤੇ ਨਿਕਲਣਗੇ ਜਾਂ ਕਾਂਗਰਸ ਦਾ ਕੋਈ ਵੀ ਲੀਡਰ ਨਿਕਲੂਗਾ, ਕਹਿੰਦੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ, ਕਹਿੰਦੇ ਲੋਕ ਤਾਂ ਇੰਨੇ ਦੁਖੀ ਹੋਏ ਪਏ। ਸਾਰੇ ਮੰਡੀਆਂ 'ਚ ਖੜੇ ਆ ਸਰ, ਸਵੇਰ ਤੋਂ ਸੁਖੀ ਰੰਧਾਵਾ ਜੀ ਕਲਾਨੌਰ ਦੀ ਮੰਡੀਆਂ 'ਚ ਮੇਰੇ ਨਾਲ ਗੱਲ ਕਰ ਚੁੱਕੇ ਆ, ਉੱਥੇ ਖੜੇ ਆ। ਡੇਰਾ ਬਾਬਾ ਨਾਨਕ ਸੁਖਪਾਲ ਭੁੱਲਰ ਜੀ ਖੇਮਕਰਨ ਖੜੇ ਆ, ਸਿੱਕੀ ਸਾਹਿਬ ਖਡੂਰ ਸਾਹਿਬ ਖੜੇ ਆ। ਜਿੱਥੇ ਜਿੱਥੇ ਅੱਜ ਸਵੇਰ ਤੋਂ ਮੇਰੀਆਂ ਗੱਲਾਂ ਹੋਈਆਂ, ਸਾਡੇ ਜਲਾਲਾਬਾਦ ਤੋਂ ਐਮਐਲਏ ਉਹ ਆਪਣੀਆਂ ਮੰਡੀਆਂ 'ਚ ਖੜੇ ਨੇ। ਜਿੱਥੇ ਦੇ ਸੁਖਬੀਰ ਬਾਦਲ ਦੌਰਾ ਕਰਕੇ ਆਏ ਨੇ, ਉਹਨਾਂ ਥਾਵਾਂ ਦੇ ਉੱਤੇ ਹੁਣ ਜਾ ਕੇ ਜਾਇਜ਼ਾ ਲੈ ਕੇ ਆਉਂਗੇ ਤੁਸੀਂ? ਸੁਖਬੀਰ ਬਾਦਲ ਜੀ ਨੂੰ ਪੁੱਛਣਾ ਸੀਗਾ ਵੀ ਕੱਲ ਚੌਕੀਮਾਨ ਕੀ ਹੋਇਆ ਉਹਨਾਂ ਨਾਲ। ਸੁਖਬੀਰ ਬਾਦਲ ਜੀ ਨੇ ਪਰਸੋਂ ਅਨਾਉਂਸ ਕਰਿਆ ਸੀਗਾ ਵੀ ਮੈਂ ਫਿਰੋਜ਼ਪੁਰ ਦੀਆਂ ਮੰਡੀਆਂ 'ਚ ਜਾਣਾ ਹੈ, ਤਾਂ ਬਦਲ ਕੇ ਗੁਨਿਆਨੇ ਕਿਉਂ ਚਲੇ ਗਏ? ਕਾਲੀਆਂ ਝੰਡੀਆਂ ਉਹਨਾਂ ਨੂੰ ਵੀ ਦਿਖਾਈਆਂ, ਉਹ ਕਿੱਥੇ ਕੀ ਚਲੇ ਗਏ? ਜਿਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਜਾ ਰਹੀਆਂ ਉਹ ਸਾਨੂੰ ਕਹਿ ਰਹੇ ਆ। ਸਭ ਇਹ ਮਜ਼ਾਕ ਦੀ ਗੱਲ ਹੈ, ਸਿਰਫ ਪੋਲਿਟਿਕਸ ਹੋ ਰਹੀ ਹੈ। ਮੈਂ ਤੁਹਾਨੂੰ ਫੇਰ ਕਹਿ ਰਿਹਾ ਵੀ ਅਸੀਂ ਅਗਲੇ 2-4-5 ਦਿਨਾਂ 'ਚ ਸਾਰਾ ਪ੍ਰੋਕਿਉਰਮੈਂਟ ਦਾ ਕੰਮ ਹੀ ਪੂਰਾ ਕਰ ਜਾਣਾ। ਕੀ ਬਾਤ ਹੈ। ਉਹਨਾਂ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਸਾਡਾ ਕੰਮ ਹੋਏਗਾ। ਮੰਤਰੀ ਸਾਹਿਬ, ਮਤਲਬ ਫਿਰ ਇਹ ਮੰਨ ਕੇ ਚੱਲੀਏ ਭਾਵੇਂ ਮੌਸਮ ਦੀ ਮਾਰ ਹੈ, ਭਾਵੇਂ ਜੋ ਮਰਜ਼ੀ ਹੈ, ਕਿਸਾਨਾਂ ਦਾ ਕੱਲਾ ਕੱਲਾ ਦਾਣਾ ਜਿਹੜਾ ਹੈਗਾ ਚੱਕਿਆ ਜਾਊਗਾ? ਬਿਲਕੁਲ ਚੱਕਿਆ ਜਾਏਗਾ, ਔਰ ਉਹਨਾਂ ਦੀ ਪੂਰੀ ਕੀਮਤ ਉਹਨੂੰ ਅਦਾ ਕੀਤੀ ਜਾਏਗੀ। ਕੀਮਤ ਅਦਾ ਦੀ ਤੁਸੀਂ ਗੱਲ ਕੀਤੀ ਹੈ, ਕੀ ਲੱਗਦਾ ਕਿ ਇਸ ਵਾਰ ਕਿਸਾਨ, ਹਾਲਾਂਕਿ ਖਾਤਿਆਂ ਦੇ ਵਿੱਚ ਪੈਸੇ ਵੀ ਆ ਰਹੇ ਨੇ, ਪਰ ਨਾਖੁਸ਼ ਜਿਹੇ ਨਜ਼ਰ ਆਉਂਦੇ ਨੇ? ਸਰ, ਜਦੋਂ ਇੱਕ ਭਾਈ ਨਾਲੋਂ ਦੂਸਰੇ ਭਾਈ ਨੂੰ ਅਲੱਗ ਕੀਤਾ ਜਾਵੇ, ਜਿਵੇਂ ਆਪਾਂ ਕਹਿੰਦੇ ਆ 9 ਮਾਸ ਦਾ ਰਿਸ਼ਤਾ ਹੈ ਉਹਨਾਂ ਦਾ, ਆੜ੍ਹਤੀਆਂ ਤੇ ਕਿਸਾਨਾਂ ਦਾ, ਥੋੜਾ ਜਿਹਾ ਮਨਾਂ 'ਚ ਤਾਂ ਆਉਂਦਾ ਆ। ਪੇਮੈਂਟ ਤਾਂ ਉਹਨਾਂ ਨੂੰ ਪਹਿਲਾਂ ਵੀ ਪੂਰੀ ਮਿਲਦੀ ਸੀ। ਅੱਜ ਤਾਂ ਹੀ ਇੱਕ ਕੇਸ ਰਿਪੋਰਟ ਨਹੀਂ ਹੋਇਆ ਸੈਂਟਰ ਗਵਰਨਮੈਂਟ ਨੂੰ ਵੀ ਇੱਥੇ ਆੜ੍ਹਤੀਆਂ ਨੇ ਕਿਸੇ ਕਿਸਾਨ ਦੀ ਪੇਮੈਂਟ ਖਾਧੀ ਹੋਵੇ। ਤਾਂ ਪਤਾ ਨਹੀਂ ਕਿਉਂ ਇਸ ਸਿਸਟਮ ਨੂੰ ਖਰਾਬ ਕਰਨ ਨੂੰ ਉਹਨਾਂ ਨੇ ਇਹ ਇੰਨੀ ਜ਼ਿੱਦ ਪਕੜੀ। ਚਲੋ ਜ਼ਿੱਦ 'ਚ ਹੋ ਗਿਆ, ਪਰ ਅਸੀਂ ਕਿਸਾਨ ਇਹ ਮਹਿਸੂਸ ਕਰਨਗੇ ਐਂਡ ਆਫ ਦਾ ਡੇ, ਇਸ ਆਪਰੇਸ਼ਨ ਦੇ ਅਖੀਰ ਤੇ, ਵੀ ਕਿਸਾਨ ਉਦਾਂ ਹੀ ਇਸ ਸਿਸਟਮ 'ਚ ਰੈਲੇਵੈਂਟ ਹੈ ਜਿੱਦਾਂ ਪਹਿਲਾਂ ਸੀਗੇ। ਮੰਤਰੀ ਸਾਹਿਬ, ਕੀ ਐਨਾਲਿਸਿਸ ਕੀਤਾ ਤੁਸੀਂ ਕਿ ਜਿਸ ਤਰੀਕੇ ਨਾਲ ਹੁਣ ਇਹ ਕੰਮ ਚੱਲ ਰਿਹਾ ਹੈਗਾ, ਹਾਲਾਂਕਿ ਅਦਾਇਗੀ ਸਿੱਧਾ ਖਾਤਿਆਂ ਦੇ ਵਿੱਚ ਹੋ ਰਹੀ ਹੈ, ਕੀ ਇਹ ਰਿਸ਼ਤਾ ਅੱਗੇ ਆਉਣ ਵਾਲੇ ਸਾਲਾਂ ਦੇ ਵਿੱਚ ਬਣਿਆ ਰਹੂਗਾ, ਕਿ ਲੱਗਦਾ ਕਿ ਇਹਦੇ ਵਿੱਚ ਕੁਝ ਨਿਗਾਰ ਆ ਸਕਦਾ ਹੈਗਾ? ਸੀਐਮ ਸਾਹਿਬ ਨੇ ਭਰੋਸਾ ਦਿੱਤਾ ਆੜ੍ਹਤੀ ਭਾਈਚਾਰੇ ਨੂੰ, ਸਾਰੇ ਡਿਸਟ੍ਰਿਕਟ ਯੂਨਿਟ ਉਹਨਾਂ ਦੇ ਇਕੱਠੇ ਸੀਗੇ, ਮੈਂ ਉੱਥੇ ਮੌਜੂਦ ਸੀ ਵੀਸੀ ਰਾਹੀਂ, ਵੀ ਜਿੰਨੀ ਦੇਰ ਤੱਕ ਉਹ ਬੈਠੇ ਆ ਆੜ੍ਹਤੀਆਂ ਦੀ ਐਗਜ਼ਿਸਟੈਂਸ ਬਿਲਕੁਲ ਖਤਮ ਨਹੀਂ ਹੋਣ ਦਿੱਤੀ ਜਾਏਗੀ, ਉਹਨਾਂ ਨੂੰ ਸਿਸਟਮ 'ਚ ਰੈਲੇਵੈਂਟ ਰੱਖਿਆ ਜਾਏਗਾ ਉਸੇ ਤਰੀਕੇ ਜਿਵੇਂ ਪਹਿਲਾਂ ਸੀਗੇ ਤੇ ਹੁਣ ਅੱਜ ਵੀ ਹੈ। ਅੱਜ ਵੀ ਉਹਨਾਂ ਨੂੰ ਆਥੋਰਾਈਜ਼ ਕੀਤਾ ਹੋਇਆ ਪੇਮੈਂਟ ਤੋਂ ਪਹਿਲਾਂ, ਉਹ ਸਿਸਟਮ 'ਚ ਰੈਲੇਵੈਂਟ ਨੇ 48 ਘੰਟੇ ਲਈ। ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ 70 ਲੱਖ ਮੈਟ੍ਰਿਕ ਟਨ ਜਿਹੜੀ ਹੈਗੀ ਅਦਾਇਗੀ ਹੋ ਚੁੱਕੀ ਹੈਗੀ ਹੈ, ਵਿਰੋਧੀ ਇਲਜ਼ਾਮ ਲਾ ਰਹੇ ਨੇ ਕ੍ਰਾਸ ਦਾ ਬਾਰਡਰਸ, ਕਹਿੰਦੇ ਬਹੁਤ ਟਰੱਕ ਆ ਰਹੇ ਹੈਗੇ ਨੇ, ਉਸ ਨੂੰ ਰੋਕਣ ਦੇ ਵਿੱਚ ਵੀ ਕਾਂਗਰਸ ਅਸਫਲ ਰਹੀ ਹੈ। ਨਹੀਂ, ਇਸ ਵਾਰ ਤਾਂ ਇੱਕ ਵੀ ਟਰੱਕ ਅਸੀਂ ਵੜਨ ਨਹੀਂ ਦਿੱਤਾ। ਬਠਿੰਡੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਜਿਹੜੇ ਸ਼ੁਰੂਆਤ ਵਿੱਚ ਹੀ ਫੜ ਲਏ ਸੀਗੇ ਸਾਰੇ। ਪੁਲਿਸ ਵੀ ਮੁਸਤੈਦ ਹੈ, ਸਾਡੇ ਮੰਡੀ ਬੋਰਡ ਮੁਸਤੈਦ ਹੈ, ਸਾਰੀ ਪ੍ਰੋਕਿਉਰਿੰਗ ਏਜੰਸੀਆਂ ਦੇ ਜਿੰਨੇ ਸਾਡੇ ਅਫੀਸ਼ੀਅਲਸ ਨੇ ਉਹ ਮੁਸਤੈਦ ਨੇ। ਇਹਦੇ ਨਾਲ ਸਾਡਾ ਕਿਸਾਨ ਭਾਈਚਾਰਾ ਬੜਾ ਅਵੇਅਰ ਹੈ, ਉਹ ਹੀ ਨਹੀਂ ਕਿਸੇ ਬਾਹਰਲੀ ਕਣਕ ਨੂੰ ਮੂਵ ਹੋਣ ਦੇ ਰਿਹਾ, ਤੇ ਉਹ
ਇਸੇ ਤਰੀਕੇ ਇੱਕ ਅਵੇਅਰ ਸਿਟੀਜ਼ਨ ਦਾ ਫਰਜ਼ ਹੈ ਵੀ ਇਹ ਕੋਈ ਗਲਤ ਕੰਮ ਹੋਣ ਨਾ ਦੇਵੇ, ਸਰਕਾਰ ਦੀ ਮਦਦ ਕਰੇ। ਸਰਕਾਰ ਉਹਨਾਂ ਲਈ ਹੈ ਤੇ ਉਹਨਾਂ ਦੀ ਮਦਦ ਨਾਲ ਹੋਰ ਵਧੀਆ ਰਿਜ਼ਲਟ ਦੇ ਸਕਦੀ ਹੈ। ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ। ਤਾਂ ਸਾਡੇ ਨਾਲ ਭਾਰਤ ਭੂਸ਼ਣ ਆਸ਼ੂ ਜੀ ਹੋਣੀ ਜੁੜੇ। ਹਾਲਾਂਕਿ ਵਿਰੋਧੀ ਜਿਹੜੇ ਸਵਾਲ ਖੜੇ ਕਰ ਰਹੇ ਨੇ ਤਾਂ ਉਹਨਾਂ ਦਾ ਵੀ ਜਵਾਬ ਦਿੰਦਿਆਂ ਹੋਇਆ ਕਿਹਾ ਕਿ ਉਡੀਕ ਕਰੋ, ਇੱਕ ਇੱਕ ਫਸਲ ਜਿਹੜੀ ਹੈ ਉਹ ਕਿਸਾਨਾਂ ਦੀ ਚੱਕੀ ਜਾਊਗੀ, ਫਿਰ ਉਹ ਭਾਵੇਂ ਕੁਦਰਤੀ ਮਾਰ ਹੋਵੇ ਜਾਂ ਫਿਰ ਕੋਈ ਹੋਰ ਕਾਰਨ ਹੋਣ, ਹਰ ਇੱਕ ਕਿਸਾਨ ਨੂੰ ਉਸ ਦੀ ਫਸਲ ਦਾ ਮੁੱਲ ਮਿਲੇਗਾ। ਤੇ ਜਿਹੜੇ ਵਿਰੋਧੀ ਸਵਾਲ ਚੁੱਕ ਰਹੇ ਨੇ ਫਿਰ ਉਸ ਤੋਂ ਬਾਅਦ ਉਹ ਆਪਣੀ ਗੱਲ ਕਹਿਣ। ਕੈਮਰਾਮੈਨ ਬਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।